हेलो दोस्तों, वेलकम टू अभ्यास। ਅੱਜ ਆਪਾਂ ਜੋ ਗੱਲ ਕਰ ਰਹੇ ਹਾਂ 12th ਦੇ ਬੜੇ ਇੰਪੋਰਟੈਂਟ ਟੌਪਿਕ ਵੈਕਟਰਸ ਤੇ ਗੱਲ ਕਰ ਰਹੇ ਹਾਂ। ਇਸ ਦੇ ਅੱਗੇ ਇੱਕ ਹੋਰ ਟੌਪਿਕ ਇਸ ਨਾਲ ਅਟੈਚਡ ਹੈ ਆਪਣਾ 3 ਡਾਇਮੈਂਸ਼ਨਲ ਦਾ, ਤੇ ਨੋ ਡਾਊਟ ਇਟ ਇਜ਼ ਵੈਰੀ ਈਜ਼ੀ ਫॉर 12th ਕਲਾਸ ਆਲਸੋ ਐਂਡ ਅਪਕਮਿੰਗ ਕਲਾਸਿਸ ਆਲਸੋ। तो ਕਿਤੇ ਨਾ ਕਿਤੇ ਜੋ ਮੇਰਾ ਐਕਸਪੀਰੀਅੰਸ ਕਹਿੰਦਾ ਇਸ ਟੌਪਿਕ ਨੂੰ ਥੋੜਾ ਜਿਹਾ ਟਿਪੀਕਲ ਮੰਨਿਆ ਜਾਂਦਾ ਹੈ ਜਾਂ ਇਹਨੂੰ ਕਹਿੰਦੇ ਕ੍ਰਾਈਮਿੰਗ ਕੀਤੀ ਜਾਂਦੀ ਹੈ। ਬੜਾ ਈਜ਼ੀ ਟੌਪਿਕ ਹੈ, ਆਪਾਂ ਡਿਟੇਲ ਚ ਡਿਸਕਸ ਕਰਾਂਗੇ। ਐਗਜ਼ਾਮ ਪੈਟਰਨ ਦੇ ਅਕੋਰਡਿੰਗ ਇਹ ਆਬਜੈਕਟਿਵ ਤੇ ਸ਼ਾਰਟ ਕੁਐਸਚਨਸ ਆਪਣੇ ਕੋਲ ਆਨੇ ਆ, ਤਾਂ ਅਕੋਰਡਿੰਗ ਟੂ ਐਗਜ਼ਾਮ ਲੇਆਊਟ ਵੀ ਆਰ ਗੋਇੰਗ ਟੂ ਡਿਸਕਸ ਦੈਟ। ਇਸ ਦੇ ਵਿੱਚ ਜੋ ਆਪਣਾ ਸਿਲੇਬਸ ਹੈ, ਵੀ ਹੈਵ ਟੂ ਟਾਈਪਸ। ਵਨ ਇਜ਼ ਡਾਟ ਪ੍ਰੋਡਕਟ, ਜਿਸ ਨੂੰ ਆਪਾਂ ਸਕੇਲਰ ਪ੍ਰੋਡਕਟ ਵੀ ਬੋਲ ਦਿੰਦੇ ਹਾਂ। ਸੈਕੰਡ ਇਜ਼ ਕ੍ਰਾਸ ਪ੍ਰੋਡਕਟ, ਜਿਸ ਨੂੰ ਆਪਾਂ ਵੈਕਟਰ ਪ੍ਰੋਡਕਟ ਵੀ ਬੋਲਦੇ ਹਾਂ। ਦੋਹਾਂ ਦੇ ਮੇਨ ਕੰਸਰਨ ਕੁਐਸਚਨਸ ਨੇ, ਉਹਦੀਆਂ ਪ੍ਰੋਪਰਟੀਜ਼ ਨੇ, ਉਹਨੂੰ ਕਿਵੇਂ ਯੂਜ਼ ਕਰਨਾ ਹੈ ਉਸ ਤੇ ਆਪਾਂ ਡਿਟੇਲ 'ਚ ਗੱਲ ਕਰਾਂਗੇ। ਤਾਂ ਵੈਰੀ ਫਰਸਟ ਵੀ ਆਰ ਗੋਇੰਗ ਟੂ ਸਟਾਰਟ ਆਵਰ ਡਾਟ ਪ੍ਰੋਡਕਟ ਸਕੇਲਰ ਪ੍ਰੋਡਕਟ। ਇਹ ਹੈ ਕੀ? dot product between two vectors A and B that is same as magnitude A magnitude B cosine of angle between them। ਹੁਣ ਇੱਥੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਕਿਵੇਂ ਜਿਓਮੈਟ੍ਰਿਕਲੀ ਪ੍ਰੈਜ਼ੈਂਟ ਹੁੰਦੀ ਹੈ। ਟੇਕ ਵਨ ਪੁਆਇੰਟ, ਦੇਖੋ ਧਿਆਨ ਨਾਲ, ਉਸੇ ਪੁਆਇੰਟ ਤੋਂ ਦੋਨੋਂ ਵੈਕਟਰ ਬਾਹਰ ਨੂੰ ਨਿਕਲਣੇ ਚਾਹੀਦੇ ਹੈ। ਯੈਸ, ਡਾਇਰੈਕਸ਼ਨ ਦੇਖੋ ਐਂਡ ਥੀਟਾ ਇਜ਼ ਦਾ ਐਂਗਲ ਬਿਟਵੀਨ them। ਹੁਣ ਸਪੋਜ਼ ਇੱਕ ਵੈਕਟਰ ਆ ਦੇਤਾ, ਇੱਕ ਵੈਕਟਰ ਆਪਾਂ ਨੂੰ ਆ ਦੇਤਾ, ਤੇ ਆ ਐਂਗਲ ਥੀਟਾ ਆ ਗਿਆ, तो ਆਪਾਂ ਇਸ ਅਕੋਰਡਿੰਗ ਨਹੀਂ ਲਿਖਾਂਗੇ। ਵੀ ਵਿਲ ਨਾਟ ਰਾਈਟ ਇਨ ਦਿਸ ਵੇ। ਰੀਜ਼ਨ ਦੇਖੋ, ਇੱਥੋਂ ਵੈਕਟਰ ਡਾਇਰੈਕਸ਼ਨ ਬਾਹਰ ਨੂੰ ਨਿਕਲ ਰਹੀ ਹੈ, ਉੱਥੇ ਇੱਕ ਡਾਇਰੈਕਸ਼ਨ ਇੱਧਰ ਹੈ, ਇੱਕ ਇੱਧਰ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਡਾਇਰੈਕਸ਼ਨ ਨੂੰ ਆਪਾਂ ਸੈੱਟ ਕਰੀਏ, ਤਾਂ ਆਪਾਂ ਇਹਨੂੰ ਐਕਸਟੈਂਡ ਕਰਾਂਗੇ। ਤਾਂ ਆ ਬੀ ਵੈਕਟਰ ਆ ਗਿਆ, ਫਰੋਮ ਦਿਸ ਪੁਆਇੰਟ ਡਾਇਰੈਕਸ਼ਨ ਸਹੀ ਹੈ, but this angle is pi minus theta। तो in place of theta ਉੱਥੇ ਆਪਣੇ ਕੋਲੇ ਕੀ ਆ ਜਾਣਾ ਹੈ, pi minus theta ਦਾ। then a dot b, तो this is magnitude A magnitude B cos of 180 minus theta pi minus theta। तो ਇਸ ਵੇ ਨਾਲ ਆਪਾਂ ਉਹਨੂੰ ਸਿੰਪਲੀਫਾਈ ਕਰਾਂਗੇ। ਹੁਣ ਇਹਦੇ ਕੁਝ ਪ੍ਰੋਪਰਟੀਜ਼ ਨੇ। ਵੈਰੀ ਫਰਸਟ, a dot b is the same as B dot A, ਕਹਿੰਦਾ ਕਮਿਊਟੇਟਿਵ ਪ੍ਰੋਪਰਟੀ ਇੱਥੇ ਹੋਲਡ ਕਰਦੀ ਹੈ। ਸੈਕੰਡ, ਹੁਣ ਥੀਟਾ ਤੇ ਹੈ, ਥੀਟਾ ਅਕਿਊਟ ਵੀ ਹੋ ਸਕਦਾ ਹੈ, ਥੀਟਾ obtuse ਵੀ ਹੋ ਸਕਦਾ ਹੈ, ਔਰ ਥੀਟਾ ਕੈਨ ਬੀ ਰਾਈਟ ਐਂਗਲ, मतलब ग्रेटर देन 90, लेस देन 90 और इक्वल टू 90। ਹੁਣ ਸਿੱਧਾ ਦਾ ਫੰਡਾ ਹੈ, ਕੋਈ ਕ੍ਰੈਮਿੰਗ ਦੀ ਜ਼ਰੂਰਤ ਨਹੀਂ ਹੈਗੀ। अगर थीटा अक्यूट है तो कोसाइन थीटा फर्स्ट क्वाड्रेंट आ गया, कॉस पॉजिटिव है, तो एदा मतलब A डॉट B की होनी है पॉजिटिव होनी है। अगर थीटा obtuse है, obtuse का मतलब सेकंड क्वाड्रेंट आ गया, कॉस नेगेटिव होता है, तो वी हैव A डॉट B लेस देन 0। अगर थीटा राइट एंगल है तो थीटा पाई बाय 2 हो गया, कॉस 90 0 हो गया, तो डॉट प्रोडक्ट इज 0। तो ਇਹ ਆਪਣੇ ਕੋਲੇ ਡਾਟ ਪ੍ਰੋਡਕਟ ਬਣ ਜਾਣੀ ਹੈ A ਡਾਟ B। तो ਤਿੰਨ ਕੇਸ ਜਿਹੜੇ ਆਪਾਂ ਕਹਿੰਦੇ ਆਬਜੈਕਟਿਵ ਕੁਐਸਚਨਸ ਦੇ ਲਈ ਨੇ, ਉਹ ਆਪਣੇ ਕੇਸ ਬਣਦੇ। ਸੇਮ we know I, J and K are unit vectors along x-axis, y-axis and z-axis respectively। तो I डॉट I, ठीक, अकॉर्डिंग टू डेफिनेशन की हो गया, दोहां दी डॉट प्रोडक्ट कोसाइन ऑफ एंगल बिटवीन देम। एक वेक्टर मतलब सेम वेक्टर आ गया, तो एंगल ਉਹਦੇ ਬਿਟਵੀਨ ਕੀ ਹੋਣਾ, 0 ਹੋਣਾ ਹੈ, ਤੇ cos 0 1 ਹੋ ਗਿਆ। ਆ ਯੂਨਿਟ ਵੈਕਟਰ ਹੈ, ਇਹਨਾਂ ਦੇ ਮੈਗਨੀਟਿਊਡ ਕੀ ਹੁੰਦੇ ਆ, 1 ਹੁੰਦੇ ਆ, ਤਾਂ ਇਹਦਾ ਮਤਲਬ I ਡਾਟ I ਕੀ ਹੋ ਗਿਆ, 1। ਸੇਮ J ਡਾਟ J ਤੇ K ਡਾਟ K ਕੀ ਹੋ ਗਿਆ, 1। ਕਹਿੰਦਾ ਮਤਲਬ dot product of same unit vector with itself that will be equal to 1। अगर अलग अलग हो यूनिट वेक्टर I डॉट J और J डॉट K और K डॉट I, तो I डॉट J देखो आ एक्स एक्सिस है, अगर मैं एक्सिस अकॉर्डिंग गल करा आ Y है, ਇਹਦੇ ਅਲੋਂਗ I कैप चल रहा है, ਇਹਦੇ ਅਲੋਂग J कैप चल रहा है,
तो एंगल बिटवीन दैम विल बी 90। तो कहने ਦਾ ਮਤਲਬ ਇਹ ਦੋਨੋਂ ਆਪਸ ਕੀ ਹੁੰਦੇ ਆ ਪਰਪੈਂਡੀਕੂਲਰ ਹੁੰਦੇ ਆ ਤੇ ਅਗਰ ਪਰਪੈਂਡੀਕੂਲਰ ਹੁੰਦੇ ਆ तो ਜਿਹੜੀ ਇਹਨਾਂ ਦੀ ਡਾਟ ਪ੍ਰੋਡਕਟ ਹੈ ਉਹ ਕੀ ਹੋਣੀ ਹੈ ਜ਼ੀਰੋ ਹੋਣੀ ਹੈ। तो this will be the property or you can say result of dot product। ਹੁਣ ਇਸ ਤੋਂ ਬਾਅਦ ਇਹ ਤਾਂ ਸੀ ਡਾਇਰੈਕਟ ਵੈਕਟਰ ਫਾਰਮ ਦੇ ਵਿੱਚ। ਅਗਰ ਆਪਾਂ ਨੂੰ ਕਾਰਟੀਜ਼ਨ ਫਾਰਮਸ ਦੇਤੀ ਸਪੋਜ਼ A देता A1 I cap, A2 J cap, A3 K cap, B हो गया B1 I cap, B2 J cap, B3 K cap। तो A डॉट B जो डॉट करांगे देखो पहली गल मल्टीप्लाई ਇਹਦੀ ਆਪਾਂ ਹੁਣ ਇਸ ਲਈ ਸਾਰੇ ਨਾਲ ਕਰਾਂਗੇ ਮੈਂ ਡਾਇਰੈਕਟ ਲਿਖ ਰਿਹਾ ਜਦੋਂ ਇਸ ਦੀ ਇਸ ਨਾਲ ਕੀਤੀ I डॉट I 1 ਹੋ ਗਿਆ we have A1 B1 ਇਹਦੀ ਇਹਦੇ ਨਾਲ ਕਰਾਂਗੇ I डॉट J 0 I डॉट K 0 तो आ रह गया कहने का मतलब सेम यूनिट वेक्टर ਦੀ ਕਰਾਂਗੇ ਇਸੇ ਅਕੋਰਡਿੰਗ ਇਹਨੂੰ ਸੋਲਵ ਕਰਾਂਗੇ A2 B2 ਰਹਿ ਜਾਣਾ ਹੈ ਇਸੇ ਅਕੋਰਡਿੰਗ ਇਹਨੂੰ ਸੋਲਵ ਕਰਾਂਗੇ ਆਪਣੇ ਕੋਲ ਕੀ ਰਹਿ ਜਾਣਾ ਹੈ A3 and B3 मतलब तो basically what is A dot B then A1 B1 A2 B2 and A3 B3 from here cos theta is A dot B upon मैग्नीट्यूड A मैग्नीट्यूड B ਇਹ ਆਪਣੇ ਕੋਲ ਕੀ ਹੋਗੀ ਵੈਕਟਰ ਫਾਰਮ ਹੋਗੀ ਲੇਕਿਨ ਅਗਰ ਆਪਾਂ ਨੂੰ ਕਾਰਟੇਜ਼ਨ ਦਿੱਤੇ ਹੋਏ ਨੇ ਤਾਂ A ਡਾਟ B ਕੀ ਬਣ ਗਿਆ A1 B1 A2 B2 A3 B3 ਤੇ ਮੈਗਨੀਟਿਊਡ ਕਿਵੇਂ ਸੋਲਵ ਹੁੰਦਾ ਹੈ ਰੂਟ A1 ਸਕੁਅਰ ਪਲੱਸ A2 ਸਕੁਅਰ ਪਲੱਸ A3 ਸਕੁਅਰ B1 ਸਕੁਅਰ ਪਲੱਸ B2 ਸਕੁਅਰ प्लस B3 स्क्वायर उस तो बाद ਆਪਾਂ ਇਹਨੂੰ ਕੀ ਕਰ ਲਾਂਗੇ ਸੋਲਵ ਕਰ ਲਾਂਗੇ। तो ਇਹਦੇ ਕੁਝ ਪ੍ਰੋਪਰਟੀਆਂ ਨੇ ਜਿਸ ਤੇ ਆਪਾਂ ਡਿਸਕਸ਼ਨ ਕਰ ਰਹੇ ਹਾਂ ਹੋਰ ਵੀ ਨੇ ਆਪਾਂ ਕਰ ਰਹੇ ਹਾਂ 1 ਬਾਈ 1 ਇਹ ਸਾਰੇ ਆਬਜੈਕਟਿਵ ਕੁਐਸਚਨ ਜਾਂ ਆਪਣੇ ਜਿਹੜੇ ਸ਼ਾਰਟ ਕੁਐਸਚਨਸ ਨੇ ਉਸ ਕੰਮ ਆਣਗੇ। ਹੁਣ ਇੱਥੇ ਆ ਗਿਆ ਅਗਰ ਵੈਕਟਰ ਪੈਰਲਲ ਨੇ ਆਪਾਂ ਪਰਪੈਂਡੀਕੂਲਰ ਕਰ ਚੁੱਕੇ ਹਾਂ अगर वेक्टर परपेंडिकुलर ने तो एंगल बिटवीन पाई बाय 2 हो गया cos पाई बाय 2 0 होता है तो A डॉट B की हो गया 0 हो गया एम आई राइट। अगर वेक्टर्स पैरेलल ने सपोज तो एंगल बिटवीन देम इज 0 और पाई ठीक क्योंकि कोलिनियर वेक्टर आर आल्सो पैरेलल वेक्टर्स then A dot B will be magnitude A magnitude B क्योंकि cos 0 की हो जाना है 1 हो जाना है तो अपने को ले आ चीज बन जानी है। बट पैरेलल ਦੀ ਕੰਡੀਸ਼ਨ ਹੋਰ ਵੀ ਆਪਾਂ ਲੈ ਕੇ ਚੱਲਦੇ ਆ ਕਿ ਜਿਹੜੇ ਉਹਨਾਂ ਦੇ ਕੰਪੋਨੈਂਟਸ ਨੇ ਉਹ ਸੇਮ ਰੇਸ਼ੋ ਚ ਹੋਣਗੇ ਕਿਉਂਕਿ ਇਹ ਆਬਜੈਕਟਿਵ ਕੁਐਸਚਨ ਹੈ ਆਪਾਂ ਡਾਇਰੈਕਟ ਵੀ ਲਿਖ ਸਕਦੇ ਹਾਂ ਪੈਰਲਲ 10th ਕਲਾਸ ਯਾਦ ਕਰੋ ਆਪਾਂ ਪੈਰਲਲ ਲਾਈਨਸ ਦੇ ਅਕੋਰਡਿੰਗ ਕੁਐਸਚਨ ਕਰਦੇ ਸੀ ਜਿਹੜੇ ਉੱਥੇ ਵੇਰੀਏਬਲਸ ਹੁੰਦੇ ਸੀ ਉਹ ਰੇਸ਼ੋ ਚ ਹੁੰਦੇ ਸੀ ਕੱਲਾ ਕਾਂਸਟੈਂਟ ਰੇਸ਼ੋ ਚ ਨਹੀਂ ਹੁੰਦਾ ਸੀ ਤੇ ਇਹ ਤਿੰਨੋਂ ਵੇਰੀਏਬਲ ਨੇ ਤਾਂ ਜੇ ਤਿੰਨੋਂ ਵੇਰੀਏਬਲ ਨੇ ਤਾਂ ਤਿੰਨੋਂ ਹੀ ਕੀ ਹੋਣਗੇ ਸੇਮ ਰੇਸ਼ੋ ਦੇ ਵਿੱਚ ਹੋਣਗੇ ਤਾਂ ਪੈਰਲਲ ਦਾ ਕਨਸੈਪਟ ਉਹੀ ਆਪਣੇ ਕੋਲੇ ਚੱਲਣਾ ਹੈ ਤਾਂ ਵੀ ਹੈਵ ਦਿਸ ਨਾਓ ਦ ਮੋਸਟ ਇੰਪੋਰਟੈਂਟ ਪਾਰਟ ਇਜ਼ ਦ ट्रायंगल इनइक्वालिटी एक बड़ी इंपॉर्टेंट रिजल्ट है। इनइक्वालिटी की है मॉड ऑफ A प्लस B इज लेस देन इक्वल टू मॉड ऑफ A प्लस मॉड ऑफ B A है सॉल्व कर रही है वी विल स्टार्ट फ्रॉम स्क्वेयरिंग जो आप स्क्वेयरिंग करांगे मॉड खत्म हो जाना है तो A आ गया A स्क्वेयर प्लस B स्क्वेयर प्लस 2AB एक सब तो इंपॉर्टेंट ਜਿਹੜੀ ਇਹਦੀ ਐਪਲੀਕੇਸ਼ਨ ਹੈ ਡਾਟ ਪ੍ਰੋਡਕਟ ਜੋ ਮੈਂ ਦੱਸ ਰਿਹਾ ਇਹਦੀ ਜਿਹੜੀ ਐਪਲੀਕੇਸ਼ਨ ਹੈ ਜਿੰਨੀਆਂ ਵੀ ਆਪਣੀਆਂ ਅਲਜਬਰਿਕ ਆਇਡੈਂਟੀਟੀਜ਼ ਨੇ ਜਿੰਨੀਆਂ ਵੀ a + b ਹੋਲ ਸਕੁਅਰ a + b ਹੋਲ ਕਿਊਬ a - b ਹੋਲ ਸਕੁਅਰ a + b + c ਹੋਲ ਸਕੁਅਰ a + b a - b ਜੋ ਵੀ ਅਲਜਬਰਿਕ ਆਇਡੈਂਟੀਟੀਜ਼ ਨੇ ਉਸ ਤੇ ਸਾਰੀਆਂ ਤੇ ਡਾਟ ਪ੍ਰੋਡਕਟ ਐਪਲੀਕੇਬਲ ਹੈ ਬੀ ਕੇਅਰਫੁਲ ਸਾਰੀ ਅਲਜਬਰਿਕ ਆਇਡੈਂਟੀਟੀਜ਼ ਡਾਟ ਪ੍ਰੋਡਕਟ ਨਾਲ ਸੋਲਵ ਹੁੰਦੀ ਹੈ तो a हो गया अपने कोले मैग्नीट्यूड a स्क्वायर एंड दिस इज मैग्नीट्यूड b स्क्वायर A डॉट B हो गया ਆਪਾਂ ਇੱਥੇ ਦੀ ਡੈਫੀਨੇਸ਼ਨ ਲਗਾਤੀ ਅਲਜਬਰਿਕ ਆਇਡੈਂਟੀਟੀਜ਼ ਜਿੱਥੇ ਆਪਣੀ ਮਲਟੀਪਲਾਈ ਆਪਾਂ ਕਹਿੰਦੇ ਆ 2AB 2BC 2CA ਜੋ ਵੀ ਆਪਾਂ ਕਹਿੰਦੇ ਆ ਉਹ ਬੇਸਿਕਲੀ ਉੱਥੇ ਕੀ ਬਣ ਜਾਣੀ ਹੈ ਡਾਟ ਪ੍ਰੋਡਕਟ ਬਣ ਜਾਣੀ ਹੈ ਇਸ ਗੱਲ ਦਾ ਧਿਆਨ ਰੱਖਿਓ। ਹੁਣ ਇਹ ਆਪਣੇ ਕੋਲੇ ਦੇਖੋ ਆ ਚੁੱਕਿਆ ਹੈ ਨਾਓ ਵਾਟ ਅਬਾਊਟ cos ਥੀਟਾ ਵੀ ਨੋ cos ਥੀਟਾ ਇਜ਼ ਲੈਸ ਦੈਨ ਇਕੁਅਲ ਟੂ 1 ਲੈਸ ਦੈਨ ਇਕੁਅਲ ਟੂ 1 ਅਗਰ ਇਹ ਲੈਸ ਦੈਨ ਇਕੁਅਲ ਟੂ 1 ਹੈ ਇੱਥੇ ਨੂੰ ਐਡਜਸਟ ਕਰਾਂਗੇ ਤਾਂ ਵਾਟ ਵੀ ਹੈਵ दिस we have ठीक तो ए की बन गया देखो मॉड ए प्लस
मॉड बी द होल स्क्वायर, स्क्वायर स्क्वायर एडजस्ट, तो अपने को बन गया ए प्लस बी मॉड इज लेस देन इक्वल टू मॉड ए प्लस मॉड बी। ਇਹ ਹੈਗੀ ਆਪਣੀ ट्रायंगल इनइक्वालिटी। द मोस्ट इंपॉर्टेंट ਇਹ ਆਬਜੈਕਟਿਵ ਚ ਵੀ ਆ ਸਕਦੀ ਹੈ, ਇਹ ਸ਼ਾਰਟ ਕੁਐਸਚਨ ਚ ਵੀ ਆ ਸਕਦੀ ਹੈ। ਸੇਮ ਇਸੇ ਰਿਦਮ ਦੇ ਵਿੱਚ वन we have more Cauchy squads inequality। Cauchy squad ਸਿੰਪਲ ਭਾਸ਼ਾ ਚ ਇਹ ਕਹਿ ਸਕਦੇ ਹੋ ਪਲੱਸ ਤੇ ਔਰ ਡਾਟ ਤੇ ਹੈ। ਅਗਰ ਕਹਾਂ ਇਹਦਾ ਸੇਮ ਕਨਸੈਪਟ ਹੈ a dot b less than equal to mod a mod b, ਇਸੇ ਵੇ ਨਾਲ ਆਪਾਂ ਇਹਨੂੰ ਕੀ ਕਰ ਸਕਦੇ ਹਾਂ, ਸੋਲਵ ਕਰ ਸਕਦੇ ਹਾਂ। ਤਾਂ no problem is there, we can solve it very easily। How? I am telling, we know cos theta is less than equal to 1, and what is cos theta from definition? A dot b upon magnitude a magnitude b less than 1। Obviously we are using mod because we know mod and cross we have our answer। So mod of a dot b is a less than equal to mod a into mod b। And the last one is projection। What is projection of a on b or b on b? So don't go with a and b here। ਆਪਾਂ ਉਹ ਜੋ ਗੱਲ ਕਰਾਂਗੇ ਫਰਸਟ ਤੇ ਸੈਕੰਡ ਵੈਕਟਰ ਦੀ ਗੱਲ ਕਰਾਂਗੇ, that is projection of first vector on second। ਇਹ ਹੈ ਕਿ ਪਹਿਲਾਂ ਉਹ ਸਮਝੋ। Suppose ਆ ਵੈਕਟਰ a ਹੈ, आ b है, तो प्रोजेक्शन ऑफ a ऑन b का मतलब आ लेंथ होगी, आ डिस्टेंस होगा। ठीक, तो यह फार्मूला की है डॉट प्रोडक्ट ऑफ बोथ। देखो फर्स्ट और सेकंड डॉट प्रोडक्ट ऑफ बोथ अपॉन मैग्नीट्यूड ऑफ सेकंड। सपोज उन्होंने b ऑन a कहता, नाउ दिस इज फर्स्ट दिस इज सेकंड, डॉट प्रोडक्ट अपॉन मैग्नीट्यूड ऑफ सेकंड। ए इज द फार्मूला। हुण आपां इसदे कुछ क्वेश्चंस से गल करदे हां जो इहदे शॉर्ट क्वेश्चंस ने। ਹੁਣ ਆਪਾਂ ਜੋ ਗੱਲ ਕਰਦੇ ਆ ਉਸ ਦੇ ਰਿਲੇਟਡ ਕੁਐਸਚਨਸ ਤੇ ਗੱਲ ਕਰਦੇ ਆ, ਆਬਜੈਕਟਿਵ ਜਾਂ ਸ਼ਾਰਟ ਕੁਐਸਚਨ ਜੋ ਵੀ ਆਪਣੇ ਐਗਜ਼ਾਮ 'ਚ ਹੈ। तो क्वेश्चन ਤੁਹਾਡੀ ਸਕਰੀਨ ਤੇ ਪਏ ਨੇ। a is a vector, a का वेक्टर देता, b आ वेक्टर देता, they said find a dot b। ਹੁਣ a dot b ਕੀ ਹੈ, डायरेक्टली बस i component with i 2 multiply 4, j coefficient with j -1 with 2, k with k, 3 with -1। तो ये हो गया 8 - 2 - 5 सॉरी 3। तो अपना आंसर कितना आ गया, 3 आ गया। सिंपली आप सॉल्व कर लेंगे। फाइंड द एंगल बिटवीन दिस। सपोज आ वेक्टर a है, आ वेक्टर b है, तो एंगल हो गया cos थीटा a डॉट b अपॉन मैग्नीट्यूड a मैग्नीट्यूड b। यही फॉर्मूला अपने को ले। ਹੁਣ a डॉट b 1 with 1 -1 with 1 coefficient of k with coefficient of k, magnitude of a 1 square plus -1 square plus 1 square is the coefficient हो गए, 1 square plus 1 square plus 1 square, 1 minus 1 plus 1 ये हो गया √3 into √3। तो a आ गया 1/3। cos थीटा ਦੇ ਵਿੱਚ 1/3 ਕਿਤੇ ਵੀ ਵੈਲਿਊ ਨਹੀਂ ਹੈਗੀ, तो what is थीटा, cos इनवर्स 1/3। ਇਹ ਆਪਣੇ ਕੋਲੇ ਕੀ ਆ ਗਿਆ, is the answer ਆ ਗਿਆ। नेक्स्ट find lambda if these are perpendicular, या ਇੱਕ ਹੋਰ ਵਰਡ ਯੂਜ਼ ਕਰਦੇ ਆ orthogonal vectors। तो perpendicular ਦੀ ਕੰਡੀਸ਼ਨ ਕੀ ਸੀ, suppose I am writing this is a and b, ਤਾਂ a ਸੀ dot product is 0, 3 with 1, 1 with lambda, -2 with -3 is equal to 0। सिंप्लीफाई करते हैं आप, तो ये हो गया जी 3 plus lambda plus 6 is equal to 0। तो lambda की वैल्यू इत्थों की आ गई -9। नेक्स्ट प्रोजेक्शन जो आप लास्ट प्रॉपर्टी की गल की सी, फाइंड द प्रोजेक्शन ऑफ दिस ऑन दिस। अगेन सपोज आई एम राइटिंग दिस इज a, दिस इज b, तो एक्चुअली आपा की फाइंड करना है a ऑन b। तो ਤੁਹਾਨੂੰ ਮੈਂ ਕੀ ਕਿਹਾ ਸੀ, ਰੀਡ ਐਸ ਫਰਸਟ ਐਂਡ ਸੈਕਿੰਡ, ਕਿ ਫਰਸਟ ਵੈਕਟਰ ਔਨ ਸੈਕਿੰਡ। तो प्रोजेक्शन का की फार्मूला है डॉट प्रोडक्ट अपॉन मैग्नीट्यूड ऑफ सेकंड जिस दे ऊपर जा रही है। हुन a डॉट b 2 into 1 -3 with -2 1 with -3 अपॉन सेकंड आ रहा 1 square -2 square -3 square, 2 plus 6 -3।
149 है ना, √14, तो ये हो गया अपने को 5√14। ਇੱਥੇ ਇੱਕ ਹੋਰ ਐਡ ਆਨ ਕਰ ਰਿਹਾ ਮੈਂ, ਥੋੜਾ ਜਿਹਾ ਇੱਕ ਐਡ ਆਨ ਕਰ ਰਿਹਾ, ਮਾਈਟ ਵੀ ਪੋਸੀਬਲ ਤੁਹਾਨੂੰ ਕੁਐਸਚਨ ਦੇਖੋ ਇੱਥੇ ਥੋੜਾ ਜਿਹਾ ਕੁਐਸਚਨ ਐਕਸਟੈਂਡ ਕਰ ਦੇਣ। ਕੀ ਕਰ ਦੇਣ, ਆ A ਹੈ, ਆ B ਹੈ, ਫਾਈਂਡ ਪ੍ਰੋਜੈਕਸ਼ਨ ਆਫ ਲਾਈਕ A plus B on A minus B, तो डिपेंड करता है, पहला A ਨੂੰ फाइंड कर लांगे, अब फर्स्ट वेक्टर हो गया, सेकंड हो गया, तो डॉट प्रोडक्ट ऑफ बोथ वेक्टर अपॉन मैग्नीट्यूड ऑफ सेकंड। तो इस वे ਨਾਲ ਆਪਾਂ ਇਹਨੂੰ ਕਰਾਂਗੇ। ਕੁਝ ਹੋਰ ਕੁਐਸਚਨਸ ਤੇ ਆਪਾਂ ਗੱਲ ਕਰਦੇ ਹਾਂ। ਨੈਕਸਟ ਕੁਐਸਚਨਸ ਤੁਹਾਡੀ ਸਕਰੀਨ ਤੇ ਪਏ ਨੇ। ਫਰਸਟ ਕੁਐਸਚਨ ਕੀ ਕਹਿ ਰਿਹਾ ਦੇਖੋ, ਫਾਈਂਡ ਮੈਗਨੀਟਿਊਡ ਆਫ A ਐਂਡ B, A minus B। ਜਦੋਂ ਮੈਗਨੀਟਿਊਡ ਦੀ ਗੱਲ ਆ ਗਈ ਸਕੁਅਰਿੰਗ ਤੋਂ ਸਟਾਰਟ ਕਰੋ, ਸਿੱਧੀ ਦੀ ਗੱਲ ਆ, ਸਭ ਤੋਂ ਪਹਿਲਾ ਫੰਡਾ A minus B ਹੋਲ ਸਕੁਅਰ। तो मैग्नीट्यूड ਦਾ ਸਕੁਅਰ ਨੂੰ ਆਪਾਂ ਨਾਰਮਲ ਬ੍ਰੈਕਟ ਦੇ ਸਕੁਅਰ ਚ ਲਿਖ ਸਕਦੇ ਹਾਂ। A ਆ ਗਿਆ A ਸਕੁਅਰ ਪਲੱਸ B ਸਕੁਅਰ ਮਾਈਨਸ 2AB। ਆਲਰੇਡੀ ਆਪਾਂ ਗੱਲ ਕੀਤੀ ਸੀ ਜਦੋਂ ਅਲਜਬਰਿਕ ਆਇਡੈਂਟੀਟੀਜ਼ ਆ ਗਈਆਂ ਇਹ ਡਾਟ ਪ੍ਰੋਡਕਟ ਬਣਦੀ ਹੈ। ਐਂਡ ਦਿਸ ਇਜ਼ ਮੈਗਨੀਟਿਊਡ A ਸਕੁਅਰ, ਇਹ ਹੋ ਗਿਆ ਮੈਗਨੀਟਿਊਡ B ਸਕੁਅਰ, ਉਹ ਹੋ ਗਈ ਡਾਟ ਪ੍ਰੋਡਕਟ, ਉਹ ਆਪਾਂ ਨੂੰ ਦੇ ਰੱਖੀ ਹੈ ਤਾਂ ਆਪਾਂ ਨੂੰ ਡੈਫੀਨੇਸ਼ਨ ਦੀ ਜ਼ਰੂਰਤ ਨਹੀਂ ਹੈਗੀ। ਦਿਸ ਇਜ਼ 2 3 ਐਂਡ 4, 4 प्लस 9 माइनस 8, तो A कितना आ गया 5 आ गया। एंड व्हाट इज A माइनस B मैग्नीट्यूड, दैट इज √5। अपना सिंपल क्वेश्चन आ जाएगा। दिस इज वेरी इंपॉर्टेंट क्वेश्चन। कहते फाइंड अ वेक्टर, एक वेक्टर फाइंड करना है, वी डोंट नो, सपोज वेक्टर इज A, ठीक, xi yj and zk, which is perpendicular to this, suppose this is B and C। तो की है जो A वेक्टर है वो B दे भी परपेंडिकुलर है, C दे भी परपेंडिकुलर है, सही है। तो ਇਹਦਾ मतलब डॉट प्रोडक्ट ऑफ AB is 0, डॉट प्रोडक्ट ऑफ A और C is 0। ਹੁਣ डॉट प्रोडक्ट की होगी देखो, 2x minus y plus 3z is equal to 0। ਇੱਥੇ होगी 4x plus 2y minus z is equal to 0। ਹੁਣ 10th ਕਲਾਸ ਆਪਾਂ ਕੀਤੀ ਹੈ ਕ੍ਰਾਸ ਮਲਟੀਪਲਾਈ ਮੈਥਡ ਜਾਂ ਡਿਟਰਮੀਨੈਂਟ ਦਾ ਮੈਥਡ, ਜੋ ਤੁਹਾਨੂੰ ਠੀਕ ਲੱਗਦਾ ਹੈ। x minus y z, x ਆ ਕੋਫੀਸ਼ੀਐਂਟ ਡਾਇਰੈਕਟ ਲਿਖ ਰਿਹਾ, ਦੇਖੋ ਮੈਂ ਇੱਥੇ ਲੀਵ x ਰਾਈਟ ਕੋਫੀਸ਼ੀਐਂਟ, y ਛੱਡ ਦੋ ਬਾਕੀ ਕੋਫੀਸ਼ੀਐਂਟ ਲਿਖ ਦੋ, 2 4 3 ਮਾਈਨਸ ਲਿਖ, z ਦੇ ਟਾਈਮ z ਛੱਡ ਦੋ, ਤਾਂ ਜੋ ਇਹ ਸਿੰਪਲੀਫਾਈ ਕਰਕੇ ਆ ਗਿਆ ਉਹ ਆਪਣੇ x y z ਦੇ ਕੀ ਬਣ ਜਾਣਗੇ ਕੋਫੀਸ਼ੀਐਂਟ। ਹੁਣ ਦੇਖੋ ਇਹਨੂੰ ਸਿੰਪਲੀਫਾਈ ਕਰਾਂਗੇ, 1 minus 6 minus 5 minus 2 minus 12 minus 14 4 plus 4 8। तो ਇਹਦਾ मतलब x y z ਜੇ ਆਪਾਂ ਕਹਿੰਦੇ ਕੰਪੋਨੈਂਟਸ ਜਾਂ ਡਾਇਰੈਕਸ਼ਨ ਰੇਸ਼ੀਓਸ ਕਿਹੜੇ ਬਣ ਗਏ, ਆ ਬਣ ਗਏ। तो ਜਿਹੜਾ ਉਹ ਵੈਕਟਰ ਬਣ ਗਿਆ ਉਹ ਆਪਣੇ ਕੋਲੇ ਆ ਵੈਕਟਰ ਬਣ ਗਿਆ। ਦਿਸ ਇਜ਼ देयर। तो ਇਹ ਆਪਣਾ ਕੁਐਸਚਨ ਹੈ, ਬੜਾ ਇੰਪੋਰਟੈਂਟ ਹੈ, ਦੈਟ ਫਾਈਂਡ ਅ ਵੈਕਟਰ ਵਿਚ ਇਜ਼। ਦੇਖੋ ਹੁਣ ਇੱਥੇ ਇੱਕ ਕੁਐਸਚਨ ਮੈਂ ਹੋਰ ਐਡ ਆਨ ਕਰ ਰਿਹਾ, ਇੱਥੇ ਵੈਕਟਰ ਦੀ ਜਗ੍ਹਾ ਤੇ ਦੇ ਕੈਨ ਸੇ ਫਾਈਂਡ ਅ ਯੂਨਿਟ ਵੈਕਟਰ। ਕੁਐਸਚਨ ਹੈ ਆ ਤਾਂ A ਆ ਗਿਆ, ਹੁਣ ਆਪਾਂ ਯੂਨਿਟ ਵੈਕਟਰ ਫਾਈਂਡ ਕਰਾਂਗੇ। तो व्हाट इज यूनिट वेक्टर, A upon its मैग्नीट्यूड। तो ਆਪਾਂ ਜੋ ਵੀ ਇਹਦਾ ਮੈਗਨੀਟਿਊਡ ਆਣਾ ਹੈ ਉਹਨੂੰ ਆਪਾਂ ਉਹਦੇ ਨਾਲ ਕੀ ਕਰ ਦਾਂਗੇ, ਡਿਵਾਈਡ ਕਰ ਦਾਂਗੇ। 25 196 प्लस 64 जो भी आऊगा अपना आंसर आ जाना, ठीक हो गया। हुण एक चीज होर, फाइंड अ वेक्टर, देखो क्वेश्चन बिजली विच अटैच हो रहा है, ऑफ मैग्नीट्यूड सपोज 7 विच इज परपेंडिकुलर टू दिस एंड दिस। हुण जदों मैग्नीट्यूड देता तो वेक्टर की डेफिनेशन की है, वेक्टर इज इक्वल टू मैग्नीट्यूड मल्टीप्लाई यूनिट वेक्टर। मैग्नीट्यूड आ गया 7, यूनिट वेक्टर आप आ सॉल्व कर चुके हैं, इत्थे रिप्लेस कर देंगे तो जो भी सिंपलीफाई करके आ गया दैट विल बी आवर आंसर। तो देखो 3 क्वेश्चन बन गए, सिंपल वेक्टर फाइंड करने को भी कह सकते हैं, यूनिट वेक्टर को भी फाइंड करने को कह सकते हैं, या एक वेक्टर दे नाल मैग्नीट्यूड देता वो भी फाइंड करने को कह सकते हैं। तो इस वे दे नाल आपां इहनूं सॉल्व करांगे, वो अगे दी अगे फिर वो क्वेश्चन जुड़ता रहता है अपने कोले। नेक्स्ट A एंड B आर यूनिट वेक्टर्स। फर्स्ट जो देता है पहले वो लिखो, दोनों यूनिट वेक्टर ने, तो मैग्नीट्यूड A इज 1 मैग्नीट्यूड B इज 1, आप प्रूव करना है। तो नो नीड ऑफ गो विद दिस, आप A प्लस B नु पकड़ांगे क्योंकि अपने कोले A ते B दा कंसेप्ट है,
ਇੱਥੇ ਮੈਗਨੀਟਿਊਡ ਹੈ, ਸਟਾਰਟ ਵਿਦ ਸਕੇਲਿੰਗ, ਜਿਵੇਂ ਮੈਂ ਉੱਥੇ ਗੱਲ ਕੀਤੀ ਸੀ। तो मैं उसे रिदम से डायरेक्ट लिख रहे हैं। इतने देखो आपने को लिए आ जाना है मैग्नीट्यूड ए स्क्वायर मैग्नीट्यूड बी स्क्वायर टू ए डॉट बी। नाउ क्योंकि एंगल चल रहे हैं, देखो देखो उरे एंगल नहीं सी, इतने डायरेक्ट डॉट प्रोडक्ट की वैल्यू से आप रिप्लेस करती। अगर कोई एंगल मेंशन होंदा तो आप जी डॉट प्रोडक्ट की डेफिनेशन है आप यूज कर दे, तो ए आ जाता मैग्नीट्यूड ए मैग्नीट्यूड बी कॉस थीटा। Our unit vector है 1 1 1, तो we have left with this 2 plus 2 cos theta, 2 common, 1 plus cos theta, ਤੇ 1 plus cos theta ਹੁੰਦਾ 2 cos square half of angle। ਹੁਣ स्क्वायर है, स्क्वेयरिंग करो या स्क्वायर रूट करोगे तो शिफ्ट करोगे, we have left with this 2 ਨਾਲ डिवाइड किया तो our result will be देयर। तो इस वे दे नाल ਆਪਾਂ ਕੁਐਸਚਨਸ ਨੂੰ ਕੀ ਕਰ ਸਕਦੇ ਆ, ਸੋਲਵ ਕਰ ਸਕਦੇ ਆ। ਇੱਕ ਦੋ ਕੁਐਸਚਨਸ ਹੋਰ ਹੈ ਆਪਾਂ ਜੋ ਕਰਦੇ ਆ। ਲਾਸਟ ਕੁਐਸਚਨ ਆਫ ਦਿਸ ਟੌਪਿਕ ਕੀ ਗਿਵਨ ਹੈ, ए बी सी बी 3 vectors of magnitude 3 4 5। तो magnitude of A is 3, magnitude of B is 4 and magnitude of C is 5, and each one is perpendicular to sum of other two। ਹੁਣ ਇਹਦਾ ਕੀ ਮਤਲਬ ਹੋਇਆ, ਦੇਖੋ each one ABC it is perpendicular to sum of other two। say B is perpendicular to C plus A, C is perpendicular to A plus B, यही given है ना। अगर ये perpendicular है तो इन्ना दी डॉट प्रोडक्ट की होगी 0, तो कहने का मतलब A डॉट B प्लस A डॉट C 0। सेम इन्ना दी डॉट प्रोडक्ट 0 हो जो मैं डायरेक्ट लिख रहा, अपने को आ बन जाना ठीक। सेम इधर चेक करांगे तो अपने को आ बन जाना ठीक। तिनों ਨੂੰ ਐਡ ਕਰਦੇ ਹਾਂ ਹੁਣ ਧਿਆਨ ਨਾਲ ਦੇਖਿਓ, ਇੱਥੇ A ਡਾਟ B ਹੈ, ਇੱਥੇ B ਡਾਟ A ਹੈ, ਤੇ ਡਾਟ ਪ੍ਰੋਡਕਟ 'ਚ ਕੋਈ ਫਰਕ ਨਹੀਂ ਪੈਂਦਾ। ਦੀ ਵੈਰੀ ਫਸਟ ਪ੍ਰੋਪਰਟੀ ਸੀ ਕਿ A ਡਾਟ B ਇਜ਼ ਸੇਮ ਐਜ਼ B ਡਾਟ A, ਤਾਂ ਇਹ ਹੋ ਗਿਆ 2A ਡਾਟ B ਠੀਕ। ਸੇਮ A डॉट C C डॉट A, अगेन कोई फर्क नहीं पैंदा, C डॉट A। सेम थर्ड बन जाना है B डॉट C इज इक्वल टू 0, या 2 कॉमन ऑर्डर थोड़ा रिशफल कर दिया, सेकंड टर्म थर्ड ले आइए, थर्ड सेकंड बना दिए, तो फिलहाल आपने को आ बन गया ओके। जो गिवन सी आप यूज कर लिया। नाउ वी हैव टू प्रूव दिस, तो इनू स्टार्ट करो। मॉडुलस है, ਆਪਾਂ ਇਹਦੇ ਸਕੁਏਅਰਿੰਗ ਤੋਂ ਸਟਾਰਟ ਕਰਾਂਗੇ। ਮੋਡ a plus b plus c ਹੋਲ ਸਕੁਏਅਰ, ਮੋਡ ਖਤਮ। ਅਗੇਨ ਅਲਜਬਰਿਕ ਆਇਡੈਂਟੀਟੀਜ਼ ਹੈ, तो ਉਸੇ ਪੈਟਰਨ ਚ ਅੱਗੇ ਚੱਲਦੇ ਹੋ ਜਿਵੇਂ ਆਪਾਂ ਆਇਡੈਂਟੀਟੀ ਯੂਜ਼ ਕਰ ਰਹੇ ਸੀ। ਆਈ ਐਮ ਰਾਈਟਿੰਗ ਡਾਇਰੈਕਟਲੀ, ਆ ਬਣ ਗਿਆ, ਤੇ ਇੱਥੇ ਆਪਣੇ ਕੋਲੇ ਬਣ ਜਾਣੀ ਹੈ ਡਾਟ ਪ੍ਰੋਡਕਟ a ਡਾਟ b b ਡਾਟ a c ਤੇ c ਡਾਟ a। ਆ ਹੋ ਗਿਆ 0, ਆਲਰੇਡੀ ਕਰ ਚੁੱਕੇ ਹਾਂ। ਨਾਓ ਮੈਗਨੀਟਿਊਡ a is 3, this is 4, this is 5, सिंप्लीफाई करो 9 16 25 50 आ गया, स्क्वायर उधर गया स्क्वायर रूट 50, तो सिंप्लीफाई करके अपने को आ गया 5/2। तो दोस्तों यह सी अपने कोले डॉट प्रोडक्ट नाल रिलेटेड थ्योरी, उसदियां प्रॉपर्टीज ते उस नाल रिलेटेड कुछ शॉर्ट क्वेश्चंस। थैंक यू।